Good afternoon, students. Today we discuss about balance of trade. There are two main concepts concerning international transactions. ਇਹਦੇ ਵਿੱਚ ਦੋ concept ਆ ਜਦੋਂ ਆਪਾਂ ਅੰਤਰਰਾਸ਼ਟਰੀ transactions ਕਰਦੇ ਆ international receipt and international payments of a country. ਇੱਕ country ਦੀਆਂ international receipts ਹੁੰਦੀਆਂ, ਇੱਕ ਹੁੰਦੀਆਂ ਆ payments. These are बैलेंस ऑफ ट्रेड एंड बैलेंस ऑफ पेमेंट्स. इन्हों आप कहने बैलेंस ऑफ ट्रेड एंड बैलेंस ऑफ पेमेंट. डिटेल है यदि आप बैलेंस ऑफ पेमेंट आप पहले कर चुके हैं. हुण आप की करना है वट इज़ बैलेंस ऑफ ट्रेड. बैलेंस ऑफ ट्रेड इनकलूड एक्सपोर्ट एंड इंपोर्ट ऑफ विजिबल आइटम ओनली. बैलेंस ऑफ ट्रेड की है जिहदे आप आयात ते निर्यात करते हैं बट किहड़ियां वस्तुआं दा करते हैं वो वालियां वस्तुआं जिन्होंने आप देख सकते हैं. And does it provide knowledge about export and import of visible items only. ਉਹਦੇ ਵਿੱਚ ਆਪਾਂ ਨੂੰ ਐਕਸਪੋਰਟ ਐਂਡ ਇੰਪੋਰਟ ਆਪਾਂ ਉਹੀ ਵਸਤੂਆਂ ਦਾ ਕਰਦੇ ਹਾਂ ਜਿਹੜੀਆਂ ਆਪਾਂ ਦੇਖ ਸਕਦੇ ਹਾਂ ਅਤੇ ਉਹਨਾਂ ਦੇ ਬਾਰੇ ਆਪਾਂ ਨੂੰ ਨੌਲੇਜ ਹੁੰਦੀ ਆ. In other words, the account of export and import of physical items is known as balance of trade or balance of trade account. ਜਿਹੜੀਆਂ ਵਸਤਾਂ ਨੂੰ ਆਪਾਂ ਦੇਖ ਸਕਦੇ ਹਾਂ ਉਹਨਾਂ ਦਾ ਹੀ ਆਪਾਂ ਆਯਾਤ ਅਤੇ ਨਿਰਯਾਤ ਕਰਦੇ ਹਾਂ ਜਿਹੜੀਆਂ ਕਿ ਫਿਜ਼ੀਕਲ ਰੂਪ ਦੇ ਵਿੱਚ ਹੁੰਦੀਆਂ ਆ ਉਹਨੂੰ ਆਪਾਂ ਬੈਲੈਂਸ ਆਫ ਟਰੇਡ ਜਾਂ ਬੈਲੈਂਸ ਆਫ ਟਰੇਡ ਅਕਾਊਂਟ ਵੀ ਕਹਿੰਦੇ ਆ. ਇਹਦੇ ਵਿੱਚ ਆਪਾਂ ਸਰਵਿਸਿਜ਼ ਨੂੰ ਨਹੀਂ ਲੈਂਦੇ ਜਿਹੜੀਆਂ ਕਿ ਸੇਵਾਵਾਂ ਹੁੰਦੀਆਂ ਆ ਉਹਨੂੰ ਵਿੱਚ ਇਨਕਲੂਡ ਨਹੀਂ ਕੀਤਾ ਜਾਂਦਾ. ਇਹਦਾ ਫਾਰਮੂਲਾ ਕੀ ਹੈ? ਬੈਲੈਂਸ ਆਫ ਟਰੇਡ ਇਜ਼ ਇਕੁਅਲ ਟੂ ਐਕਸਪੋਰਟ ਆਫ ਵਿਜ਼ੀਬਲ ਆਈਟਮ ਮਾਈਨਸ ਇੰਪੋਰਟ ਆਫ visible item. BT is equal to EV minus IB. BT stands for balance of trade, EV stands for export of visible items, IB stands for import of visible items. ਇਹਨਾਂ ਦੀਆਂ ਕੰਡੀਸ਼ਨਸ ਆ ਜਦੋਂ ਆਪਣੇ ਕੋਲ ਬੈਲੈਂਸ ਆਫ ਵਿਜ਼ੀਬਲ ਆਈਟਮਸ ਇਜ਼ ਇਕੁਅਲ ਟੂ ਇੰਪੋਰਟ ਆਫ ਵਿਜ਼ੀਬਲ ਆਈਟਮ ਦੋਨੋਂ ਆਪਸ ਵਿੱਚ ਇਕੁਅਲ ਹੁੰਦੀਆਂ ਆ ਉਦੋਂ ਆਪਣਾ ਹੁੰਦਾ ਆ ਬੈਲੈਂਸਡ ਬੈਲੈਂਸ ਆਫ ਟਰੇਡ. ਜਦੋਂ ਗ੍ਰੇਟਰ ਦੈਨ ਹੋ ਜਾਂਦੀਆਂ ਆ ਐਕਸਪੋਰਟ ਇੰਪੋਰਟ ਦੇ ਨਾਲੋਂ ਉਦੋਂ ਆਪਣਾ ਫੇਵਰੇਬਲ ਕੇਸਿਸ ਬਣਦੇ ਆ. ਔਨ ਦਾ ਓਪੋਜ਼ਿਟ ਸਾਈਡ ਜਦੋਂ ਆਪਣੇ ਕੋਲ ਐਕਸਪੋਰਟ ਆ ਲੈਸ ਦੈਨ ਹੋ ਜਾਂਦੇ ਆ ਇੰਪੋਰਟ ਦੇ ਨਾਲੋਂ ਉਦੋਂ ਆਪਣੇ ਕੋਲ ਕਿਹੜੇ ਕੇਸਿਸ ਬਣਦੇ ਆ? ਅਨਫੇਵਰੇਬਲ ਬੈਲੈਂਸ ਆਫ ਟਰੇਡ. ਨੈਕਸਟ ਹੈ ਡਿਫਰੈਂਸ ਬਿਟਵੀਨ ਬੈਲੈਂਸ ਆਫ ਪੇਮੈਂਟ ਐਂਡ ਬੈਲੈਂਸ ਆਫ ਟਰੇਡ. ਫਸਟ ਡਿਫਰੈਂਸ ਕੀ ਆ? ਦ ਕੰਸੈਪਟ ਆਫ ਬੈਲੈਂਸ ਆਫ ਪੇਮੈਂਟ ਇਜ਼ ਵਾਈਡਰ ਦੈਨ ਦ ਕੰਸੈਪਟ ਆਫ ਬੈਲੈਂਸ ਆਫ ਟਰੇਡ. ਕਹਿੰਦੇ ਜਿਹੜਾ ਬੈਲੈਂਸ ਆਫ ਪੇਮੈਂਟ ਆ ਉਹ ਬੈਲੈਂਸ ਆਫ ਟਰੇਡ ਦੇ ਨਾਲੋਂ ਵੱਡਾ ਹੁੰਦਾ ਆ. ਕਿਉਂ? ਕਿਉਂਕਿ ਬੈਲੈਂਸ ਆਫ ਟਰੇਡ ਇਜ਼ ਅ ਪਾਰਟ ਆਫ ਬੈਲੈਂਸ ਆਫ ਪੇਮੈਂਟ. ਬੈਲੈਂਸ ਆਫ ਟਰੇਡ ਕੀ ਆ? ਕਿਹਦਾ ਪਾਰਟ ਆ? ਬੈਲੈਂਸ ਆਫ ਪੇਮੈਂਟ ਦਾ. ਸੈਕਿੰਡ ਵਨ ਆ ਫਰੋਮ ਦਾ ਵਿਊ ਪੁਆਇੰਟ ਆਫ ਇਕਨੋਮਿਕ ਐਨਾਲਾਈਸਿਸ ਦ ਕੰਸੈਪਟ ਆਫ ਬੈਲੈਂਸ ਆਫ ਪੇਮੈਂਟ ਇਜ਼ ਮੋਰ ਇੰਪੋਰਟੈਂਟ ਦੈਨ ਦ ਕੰਸੈਪਟ ਆਫ ਬੈਲੈਂਸ ਆਫ ਟਰੇਡ. ਜੇ ਆਪਾਂ ਇਕਨੋਮਿਕਸ ਦੇ ਅਧਿਐਨ ਤੋਂ ਦੇਖੀਏ ਤਾਂ ਕਹਿੰਦੇ ਜਿਹੜਾ ਕੰਸੈਪਟ ਆਫ ਬੈਲੈਂਸ ਆਫ ਪੇਮੈਂਟ ਆ ਉਹ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਬੈਲੈਂਸ ਆਫ ਟਰੇਡ ਦੇ ਨਾਲੋਂ. ਇਸ ਕਰਕੇ ਕੰਸੈਪਟ ਆਫ ਬੈਲੈਂਸ ਆਫ ਟਰੇਡ ਪ੍ਰੋਵਾਈਡ ਲਿਮਟਿਡ ਨੌਲੇਜ. ਇਹਦੇ ਵਿੱਚ ਆਪਾਂ ਨੂੰ ਜਿਹੜੀ ਨੌਲੇਜ ਆ ਘੱਟ ਮਿਲਦੀ ਆ ਅਬਾਊਟ ਇੰਟਰਨੈਸ਼ਨਲ ਟ੍ਰਾਂਜੈਕਸ਼ਨਸ ਆਫ ਦ ਕੰਟਰੀ ਵੇਅਰ ਐਜ਼ ਦ ਕੰਸੈਪਟ ਆਫ ਬੈਲੈਂਸ ਆਫ ਪੇਮੈਂਟ ਪ੍ਰੋਵਾਈਡ ਅ ਕੰਪਲੀਟ ਨੌਲੇਜ ਇਨ ਦਿਸ ਰਿਗਾਰਡ. ਜਦੋਂ ਆਪਾਂ ਅੰਤਰਰਾਸ਼ਟਰੀ ਆਯਾਤ ਅਤੇ ਨਿਰਯਾਤ ਕਰਦੇ ਹਾਂ ਅਦਲਾ ਬਦਲੀ ਕਰਦੇ ਹਾਂ ਵਸਤੂਆਂ ਦੀ ਉਦੋਂ ਆਪਾਂ ਨੂੰ ਇਹਦੇ ਰਿਗਾਰਡਿੰਗ ਜਿਹੜੀ ਆ ਕੰਸੈਪਟ ਆਫ ਬੈਲੈਂਸ ਆਫ ਟਰੇਡ ਦੇ ਆਪਣੇ ਕੋਲ ਲਿਮਟਿਡ ਨੌਲੇਜ ਹੁੰਦੀ ਆ. ਬਟ ਜਦੋਂ ਆਪਾਂ ਬੈਲੈਂਸ ਆਫ ਪੇਮੈਂਟ ਦੇ ਅੰਡਰ ਕਰਦੇ ਹਾਂ ਅਤੇ ਆਪਣੇ ਕੋਲ ਕੰਪਲੀਟ ਨੌਲੇਜ ਹੁੰਦੀ ਆ. ਥਰਡ ਪੁਆਇੰਟ ਆ ਬੈਲੈਂਸ ਆਫ ਟਰੇਡ ਇਨਕਲੂਡ ਐਕਸਪੋਰਟ ਐਂਡ ਇੰਪੋਰਟ ਆਫ ਫਿਜ਼ੀਕਲ ਗੁੱਡਸ ਔਰ ਵਿਜ਼ੀਬਲ ਆਈਟਮਸ ਓਨਲੀ. ਬੈਲੈਂਸ ਆਫ ਟਰੇਡ ਦੇ ਵਿੱਚ ਆਪਾਂ ਕਿਹਦਾ ਆਯਾਤ ਅਤੇ ਨਿਰਯਾਤ ਕਰਦੇ ਹਾਂ? ਓਨਲੀ ਫਿਜ਼ੀਕਲ ਆਈਟਮਸ ਜਿਨ੍ਹਾਂ ਨੂੰ ਆਪਾਂ ਵੇਖ ਸਕਦੇ ਹਾਂ ਦੇਖ ਸਕਦੇ ਹਾਂ ਉਹਨਾਂ ਦਾ ਹੀ ਆਯਾਤ ਅਤੇ ਨਿਰਯਾਤ ਕੀਤਾ ਜਾਂਦਾ ਹੈ. ਬੈਲੈਂਸ ਆਫ ਪੇਮੈਂਟ ਦੇ ਵਿੱਚ ਆਪਾਂ ਦੋਨੋਂ ਵਸਤੂਆਂ ਨੂੰ ਲੈਂਦੇ ਹਾਂ ਜਿਨ੍ਹਾਂ ਨੂੰ ਆਪਾਂ ਦੇਖ ਸਕਦੇ ਹਾਂ ਅਤੇ ਜਿਨ੍ਹਾਂ ਨੂੰ ਨਹੀਂ ਵੀ ਦੇਖ ਸਕਦੇ ਲਾਈਕ ਐਜ਼ ਅ ਸਰਵਿਸਿਜ਼. ਨੈਕਸਟ ਹੈ fourth point, balance of trade does not include capital transfer whereas balance of payment include capital transfers. ਇਹਦੇ ਵਿੱਚ ਆਪਾਂ ਇਨਕਲੂਡ ਕਰਦੇ ਹਾਂ ਕੈਪੀਟਲ ਟਰਾਂਸਫਰਸ ਨੂੰ ਅਤੇ ਬੈਲੈਂਸ ਆਫ ਪੇਮੈਂਟ ਦੇ ਵਿੱਚ ਕਿਹਨੂੰ ਕਰਦੇ ਹਾਂ? ਕੈਪੀਟਲ ਬੈਲੈਂਸ ਆਫ ਪੇਮੈਂਟਸ ਨੂੰ ਕਰਦੇ ਹਾਂ. ਇਹਦੇ ਵਿੱਚ ਕਰਦੇ ਹਾਂ ਕੈਪੀਟਲ ਟਰਾਂਸਫਰਸ ਬੈਲੈਂਸ ਆਫ ਟਰੇਡ ਦੇ ਵਿੱਚ ਆਪਾਂ ਕੈਪੀਟਲ ਟਰਾਂਸਫਰਸ ਨੂੰ ਇਨਕਲੂਡ ਨਹੀਂ ਕਰਦੇ ਐਂਡ ਬੈਲੈਂਸ ਆਫ ਪੇਮੈਂਟ ਦੇ ਵਿੱਚ ਆਪਾਂ ਕੈਪੀਟਲ ਟਰਾਂਸਫਰਸ ਨੂੰ ਇਨਕਲੂਡ ਕਰਦੇ ਹਾਂ. ਨੈਕਸਟ ਪੁਆਇੰਟ ਆ ਫਿਫਥ, ਬੈਲੈਂਸ ਆਫ ਟਰੇਡ ਐਂਡ ਬੈਲੈਂਸ ਆਫ ਪੇਮੈਂਟ ਬੋਥ ਕੈਨ ਬੀ ਬੈਲੈਂਸਡ
ਬੈਲੈਂਸ ਆਫ ਟ੍ਰੇਡ ਤੇ ਬੈਲੈਂਸ ਆਫ ਪੇਮੈਂਟ ਦੋਨੋਂ ਹੀ ਬੈਲੈਂਸਡ ਹੋ ਸਕਦੇ ਆ, ਫੇਵਰੇਬਲ ਵੀ ਹੋ ਸਕਦੇ ਆ ਤੇ ਅਨਫੇਵਰੇਬਲ ਵੀ ਹੋ ਸਕਦੇ ਆ, ਜੇ ਉਹਨਾਂ ਨੂੰ ਆਪਾਂ ਐਜ਼ ਅ ਪ੍ਰੈਕਟੀਕਲ ਵਿਊ ਦੇ ਬਿਹਾਫ ਤੇ ਦੇਖੀਏ। ਨੈਕਸਟ, ਬਟ ਫਰੋਮ ਦ ਅਕਾਊਂਟਿੰਗ ਵਿਊ ਪੁਆਇੰਟ, ਜੇ ਆਪਾਂ ਲੇਖਾਗਨ ਦੇ ਅਕੋਰਡਿੰਗ ਦੇਖੀਏ, ਬੈਲੈਂਸ ਆਫ ਪੇਮੈਂਟ ਇਜ਼ ਆਲਵੇਜ਼ ਬੈਲੈਂਸਡ। ਜਿਹੜਾ ਬੈਲੈਂਸ ਆਫ ਪੇਮੈਂਟ ਆ ਹਮੇਸ਼ਾ ਹੀ ਬੈਲੈਂਸ ਰਹਿੰਦਾ ਆ। ਇਹਦੇ ਵਿੱਚ ਬਾਕੀਆਂ ਜਿਹੜੀਆਂ ਟਰਮਸ ਆ ਫੇਵਰੇਬਲ ਐਂਡ ਅਨਫੇਵਰੇਬਲ ਦੀਆਂ ਕੰਡੀਸ਼ਨਸ ਨਹੀਂ ਆਉਂਦੀਆਂ। 6th point, the deficit in balance of trade can be bridged through the adjustment in balance of payments। ਕਹਿੰਦੇ ਇਨ ਕੇਸ ਜੇ ਉਹ ਆਪਣੇ ਕੋਲ ਬੈਲੈਂਸ ਆਫ ਟ੍ਰੇਡ ਦੇ ਵਿੱਚ ਅਗਰ ਅਨਫੇਵਰੇਬਲ ਜਾਂ ਫੇਵਰੇਬਲ ਦੀਆਂ ਕੰਡੀਸ਼ਨਸ ਆਉਂਦੀਆਂ ਆ ਤਾਂ ਆਟੋਮੈਟਿਕਲੀ ਐਡਜਸਟਮੈਂਟ ਦੇ ਨਾਲ ਜਿਹੜੀਆਂ ਕਿ ਉਹਨੂੰ ਬੈਲੈਂਸਡ ਬਣਾ ਲੈਂਦੀਆਂ ਆ, ਜਿਸ ਕਰਕੇ ਜਿਹੜੀ ਉਹਦੀ ਪੋਸੀਬਿਲਿਟੀ ਹੁੰਦੀ ਆ ਅਨਬੈਲੈਂਸ ਦੀ ਉਹ ਰਿਮੂਵ ਹੋ ਜਾਂਦੀ ਆ। ਇੱਥੇ ਤੱਕ ਹੀ ਕਰਦੇ ਹਾਂ। ਥੈਂਕ ਯੂ ਟੂ ਆਲ।